ਸਤਿ ਸ਼੍ਰੀ ਅਕਾਲ ਬੱਚਿਓ, ਅੱਜ ਅਸੀਂ ਕਾਵਰੰਗ ਪੁਸਤਕ ਦੇ ਦੂਸਰੇ ਕਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਬਾਰੇ ਪੜਾਂਗੇ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਚਾਰਨ ਕੀਤੇ 3 ਸ਼ਬਦਾਂ ਦੀਆਂ ਕੁਝ ਕੁ ਸਤਰਾਂ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹਨ। ਪਹਿਲਾ ਸ਼ਬਦ ਹੈ ਦੇਹ ਸ਼ਿਵਾ ਬਰਮੋਹੇ ਹੈ। ਦੇਹ ਸ਼ਿਵਾ ਬਰਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨ ਟਰੋ, ਨਾ ਡਰੋ ਹਰ ਸੋ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ। ਇਹਨਾਂ ਕਾਵ ਸਤਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਹੇ ਪ੍ਰਮਾਤਮਾ, ਮੈਨੂੰ ਇਹ ਵਰਦਾਨ ਦਿਓ ਕਿ ਮੈਂ ਚੰਗੇ ਅਤੇ ਨੇਕ ਕੰਮਾਂ ਤੋਂ ਕਦੇ ਪਿੱਛੇ ਨਾ ਹਟਾਂ। ਧਰਮ ਦੀ ਖਾਤਰ ਜਦੋਂ ਮੈਂ ਮੈਦਾਨੇ ਜੰਗ ਵਿੱਚ ਜਾਵਾਂ ਤਾਂ ਨਿਡਰ ਹੋ ਕੇ ਜਾਵਾਂ। ਮੈਂ ਆਪਣੇ ਦੁਸ਼ਮਣਾਂ ਤੋਂ ਕਦੇ ਨਾ ਡਰਾਂ ਤੇ ਦੁਸ਼ਮਣਾਂ ਤੇ ਜਿੱਤ ਹਾਸਲ ਕਰਨ ਲਈ ਮੇਰੇ ਇਰਾਦੇ ਦ੍ਰਿੜ ਰਹਿਣ। ਭਾਵ ਗੁਰੂ ਜੀ ਮੈਦਾਨੇ ਜੰਗ ਵਿੱਚ ਪੂਰੀ ਵੀਰਤਾ ਤੇ ਦ੍ਰਿੜਤਾ ਨਾਲ ਲੜਨ ਲਈ ਤੇ ਜਿੱਤ ਹਾਸਲ ਕਰਨ ਲਈ ਪਰਮਾਤਮਾ ਤੋਂ ਆਸ਼ੀਰਵਾਦ ਲੈ ਰਹੇ ਹਨ। ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ, ਗੁਣ ਤਉ ਉਚਰੋ ਜਬ ਆਵ ਕੀ ਔਦ ਨਿਧਾਨ ਬਣੀ, ਅਤਹੀ ਰਣ ਮੈਂ ਤਬ ਜੂਝ ਮਰੋ। ਇਹਨਾਂ ਕਾਵ ਸਤਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਫਰਮਾ ਰਹੇ ਹਨ ਕਿ ਮੈਂ ਆਪਣੇ ਮਨ ਨੂੰ ਵੀ ਇਹੋ ਸਿੱਖਿਆ ਦੇਵਾਂ ਕਿ ਜੇ ਮਨ ਵਿੱਚ ਕੋਈ ਲਾਲਚ ਆਵੇ ਤਾਂ ਉਹ ਵੀ ਪਰਮਾਤਮਾ ਦੇ ਗੁਣਗਾਨ ਕਰਨ ਦਾ ਹੀ ਲਾਲਚ ਹੋਵੇ। ਇਸ ਤੋਂ ਅੱਗੇ ਗੁਰੂ ਜੀ ਆਪਣੀ ਇੱਛਾ ਦੱਸਦੇ ਹੋਏ ਕਹਿ ਰਹੇ ਹਨ ਕਿ ਜਦੋਂ ਮੇਰੀ ਉਮਰ ਦਾ ਅੰਤ ਸਮਾਂ ਨੇੜੇ ਆ ਜਾਵੇ ਤਾਂ ਵੀ ਮੈਂ ਮੈਦਾਨੇ ਜੰਗ ਵਿੱਚ ਹੀ ਜੂਝਦਾ ਹੋਇਆ ਮਰਨਾ ਚਾਹੁੰਦਾ ਹਾਂ। ਭਾਵ ਵੀਰ ਯੋਧਿਆਂ ਵਿੱਚ ਧਰਮ ਦੀ ਖਾਤਰ ਹੱਸਦੇ ਹੋਏ ਮੈਦਾਨੇ ਜੰਗ ਵਿੱਚ ਹੀ ਆਪਾ ਵਾਰਨ ਦੀ ਭਾਵਨਾ ਹੋਣੀ ਚਾਹੀਦੀ ਹੈ। ਦੂਸਰਾ ਸ਼ਬਦ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓੜਨ, ਨਾਗ ਨਿਵਾਸਾਂ ਦਾ ਰਹਿਣਾ। ਇਹਨਾਂ ਕਾਵ ਸਤਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਰਮਾਤਮਾ ਦੇ ਵਿਯੋਗ ਵਿੱਚ ਆਪਣੇ ਦਿਲ ਦੀ ਹਾਲਤ ਦੱਸ ਰਹੇ ਹਨ ਕਿ ਕੋਈ ਮੇਰਾ ਮਿੱਤਰ, ਮੇਰੇ ਪ੍ਰੀਤਮ ਪਿਆਰੇ ਪਰਮਾਤਮਾ ਨੂੰ ਉਸਦੇ ਮੁਰੀਦ ਭਾਵ ਚੇਲੇ ਦੀ ਦਾਸਤਾਨ ਸੁਣਾਵੇ ਜੋ ਉਸ ਦੀ ਯਾਦ ਤੇ ਉਸ ਦੇ ਵਿਛੋੜੇ ਵਿੱਚ ਤੜਫ ਰਿਹਾ ਹੈ। ਪਰਮਾਤਮਾ ਦੇ ਮਿਲਾਪ ਤੋਂ ਬਿਨਾ ਉਸ ਨੂੰ ਕੁਝ ਚੰਗਾ ਨਹੀਂ ਲੱਗਦਾ। ਉਸ ਨੂੰ ਜ਼ਿੰਦਗੀ ਦੇ ਸੁੱਖ ਆਰਾਮ ਬੇਚੈਨ ਕਰ ਰਹੇ ਹਨ। ਉਸ ਦੇ ਵਿਛੋੜੇ ਵਿੱਚ ਰਜਾਈਆਂ ਲੈ ਕੇ ਸੁੱਖ ਨਾਲ ਸੌਣਾ ਨਹੀਂ, ਸਗੋਂ ਇੱਕ ਬਿਮਾਰੀ ਵਰਗਾ ਜਾਪਦਾ ਹੈ ਤੇ ਇਉਂ ਜਾਪਦਾ ਹੈ ਜਿਵੇਂ ਮੈਂ ਨਾਗਾਂ ਦੀ ਰਿਹਾਇਸ਼ ਵਿੱਚ ਰਹਿ ਰਿਹਾ ਹੋਵਾਂ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹਨਾਂ ਕਾਵ ਸਤਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਫਰਮਾ ਰਹੇ ਹਨ ਕਿ ਪਰਮਾਤਮਾ ਦੇ ਵਿਛੋੜੇ ਵਿੱਚ ਐਸ਼ ਪ੍ਰਸਤ ਜ਼ਿੰਦਗੀ ਵੀ ਬਹੁਤ ਜ਼ਿਆਦਾ ਦੁੱਖ ਦੇ ਰਹੀ ਹੈ। ਸੁਰਾਹੀਆਂ ਤੇ ਪਿਆਲੇ ਉਹਨਾਂ ਨੂੰ ਸੂਲਾਂ ਤੇ ਖੰਜਰਾਂ ਵਰਗੇ ਲੱਗ ਰਹੇ ਹਨ। ਪਰਮਾਤਮਾ ਨਾਲੋਂ ਵੱਖ ਹੋਣਾ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕੋਈ ਬੱਕਰਾ ਕਸਾਈਆਂ ਵੱਲੋਂ ਹਲਾਲ ਕੀਤਾ ਜਾਣਾ ਹੋਵੇ। ਭਾਵ ਉਹਨਾਂ ਨੂੰ ਆਪਣੀ ਹਾਲਤ ਉਸ ਬੱਕਰੇ ਵਰਗੀ ਲੱਗ ਰਹੀ ਹੈ ਜਿਸ ਨੂੰ ਕਸਾਈਆਂ ਵੱਲੋਂ ਹਲਾਲ ਕੀਤੇ ਜਾਣ ਤੋਂ ਪਹਿਲਾਂ ਜ਼ੁਲਮ ਕੀਤੇ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਮੈਨੂੰ ਦੁਨਿਆਵੀ ਐਸ਼ ਪ੍ਰਸਤ ਜ਼ਿੰਦਗੀ ਨਹੀਂ ਚਾਹੀਦੀ। ਮੈਨੂੰ ਤਾਂ ਮੇਰੇ ਪ੍ਰੀਤਮ ਪਿਆਰੇ ਪ੍ਰਭੂ ਦਾ ਦੀਦਾਰ ਤੇ ਉਸ ਦਾ ਮੇਲ ਮਿਲਾਪ ਚਾਹੀਦਾ ਹੈ। ਉਸ ਵੱਲੋਂ ਦਿੱਤਾ ਹੋਇਆ ਸੱਥਰ ਵੀ ਮੈਨੂੰ ਚੰਗਾ ਲੱਗਦਾ ਹੈ, ਕਿਉਂਕਿ ਪਰਮਾਤਮਾ ਤੋਂ ਬਿਨਾ ਮੈਨੂੰ ਕੋਈ ਦੁਨਿਆਵੀ ਐਸ਼ੋ ਆਰਾਮ ਤੇ ਖੁਸ਼ੀਆਂ ਵੀ ਤਪਦੀ ਹੋਈ ਭੱਠੀ ਵਾਂਗ ਲੱਗਦੀਆਂ ਹਨ। ਮੈਂ ਅਜਿਹੀਆਂ ਖੁਸ਼ੀਆਂ ਨੂੰ ਪ੍ਰਵਾਨ ਨਹੀਂ ਕਰ ਸਕਦਾ। ਤੀਸਰਾ ਸ਼ਬਦ ਹੈ ਬੇਟਾ ਰੇ ਮਨ ਐਸੋ ਕਰ ਸੰਨਿਆਸਾ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬੇ ਕਰ ਸਮਝਿਓ, ਮਨ ਹੀ ਮਾਹੇ ਉਦਾਸਾ। ਜਤ ਕੀ ਜਟਾ ਜੋਗ ਕੋ ਮੰਜਨ, ਨੇਮ ਕੇ ਨਖਨ ਬੜਾਓ, ਗਿਆਨ ਗੁਰੂ ਆਤਮ ਉਪਦੇਸ਼ੈ, ਨਾਮ ਵਿਭੂਤ ਲਗਾਓ। ਇਹਨਾਂ ਕਾਵ ਸਤਰਾਂ ਵਿੱਚ ਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਹੋ ਕੇ ਮਨੁੱਖਾਂ ਨੂੰ ਸਮਝਾ ਰਹੇ ਹਨ ਕਿ ਹੇ ਮਨ, ਜੇ ਤੂੰ ਪਰਮਾਤਮਾ ਨੂੰ ਪਾਉਣ ਲਈ ਜੋਗ ਧਾਰਨ ਕਰਨਾ ਚਾਹੁੰਦਾ ਹੈ ਤਾਂ ਕੇਵਲ ਬਾਹਰੀ ਵਿਖਾਵੇ ਵਾਲਾ ਜੋਗੀ ਭੇਸ ਧਾਰਨ ਨਾ ਕਰ, ਸਗੋਂ ਇਹੋ ਜਿਹਾ ਜੋਗ ਧਾਰਨ ਕਰਕੇ ਸਾਰੀ ਦੁਨੀਆ ਨੂੰ ਹੀ ਤੂੰ ਜੰਗਲ ਸਮਝ ਲੈ ਤੇ ਹਰ ਥਾਂ ਪਰਮਾਤਮਾ ਦੇ ਨਿਵਾਸ ਨੂੰ ਜਾਣ ਲੈ ਤੇ ਆਪਣੇ ਮਨ ਨੂੰ ਅੰਦਰੋਂ ਜੋਗੀ ਬਣਾ ਲੈ। ਭਾਵ ਜੋਗੀਆਂ ਵਾਲਾ ਪਹਿਰਾਵਾ ਧਾਰਨ ਕਰਕੇ ਜੰਗਲਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ। ਸੰਸਾਰ ਵਿੱਚ ਰਹਿ ਕੇ ਹੀ ਮਨ ਨੂੰ ਜੋਗ ਸਾਧਨਾ ਨਾਲ ਜੋੜਿਆ ਜਾ ਸਕਦਾ ਹੈ। ਗੁਰੂ ਜੀ ਸਮਝਾ ਰਹੇ ਹਨ ਕਿ ਸੱਚਾ ਸੁੱਚਾ ਜੋਗ ਧਾਰਨ ਕਰਨ ਲਈ ਬਾਹਰੀ ਜਟਾਵਾਂ ਨਹੀਂ ਬਲਕਿ ਉੱਚੇ ਆਚਰਣ ਨੂੰ ਹੀ ਜਟਾਵਾਂ ਸਮਝ
ਪਰਮਾਤਮਾ ਦੇ ਮਿਲਾਪ ਲਈ ਸੁਰਤ ਲਾ ਕੇ ਇਕਾਗਰ ਮਨ ਦਾ ਇਸ਼ਨਾਨ ਕਰ ਤੇ ਅਨੁਸ਼ਾਸਨ ਰੂਪੀ 9 ਵਧਾ ਭਾਵ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਉੱਚਾ ਆਚਰਣ, ਇਕਾਗਰ ਮਨ ਨਾਲ ਸੁਰਤ ਜੋੜਨੀ ਤੇ ਅਨੁਸ਼ਾਸਨ ਵਿੱਚ ਰਹਿਣਾ ਜ਼ਰੂਰੀ ਹੈ। ਫਿਰ ਆਪਣੇ ਮਨ ਨੂੰ ਉਹ ਸਿੱਖਿਆ ਦੇ ਜੋ ਗੁਰੂ ਵੱਲੋਂ ਗਿਆਨ ਬਖਸ਼ਿਆ ਹੈ। ਗੁਰੂ ਦੇ ਗਿਆਨ ਰਾਹੀਂ ਆਤਮਾ ਨੂੰ ਸਿੱਖਿਅਤ ਕਰ ਆਪਣੇ ਸਰੀਰ ਤੇ ਪਰਮਾਤਮਾ ਦੇ ਨਾਮ ਦੀ ਹੀ ਵਿਭੂਤੀ ਲਗਾ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਸ਼ੀਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭੈਬੋ, ਹੈਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ, ਨਾ ਮਨ ਸੋ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੇ। ਇਹਨਾਂ ਕਾਵ ਸਤਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਸੱਚੇ ਜੋਗੀ ਦੇ ਨਿਯਮਾਂ ਬਾਰੇ ਦੱਸ ਰਹੇ ਹਨ ਕਿ ਥੋੜਾ ਖਾਣਾ ਤੇ ਘੱਟ ਸੌਣਾ ਚਾਹੀਦਾ ਹੈ, ਲੋੜਵੰਦਾਂ ਤੇ ਦਇਆ ਕਰਨੀ ਤੇ ਦੂਜਿਆਂ ਨੂੰ ਮਾਫ ਕਰਨ ਵਾਲੇ ਸੰਕਲਪਾਂ ਨਾਲ ਪ੍ਰੀਤ ਪਾਉਣੀ ਚਾਹੀਦੀ ਹੈ, ਨੇਕ ਸ਼ਿਸ਼ਟਾਚਾਰੀ ਤੇ ਸਬਰ ਸੰਤੋਖ ਵਾਲਾ ਜੀਵਨ ਬਤੀਤ ਕਰਦੇ ਹੋਏ ਮਾਇਆ ਦੇ 3 ਗੁਣਾਂ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਆਦਿ ਵਿਚਾਰਾਂ ਨੂੰ ਮਨ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ, ਤਾਂ ਹੀ ਪ੍ਰਮਾਤਮਾ ਨੂੰ ਉਹ ਵੇਖ ਸਕਦਾ ਹੈ, ਪ੍ਰਾਪਤ ਕਰ ਸਕਦਾ ਹੈ ਤੇ ਉਸ ਪ੍ਰਮਾਤਮਾ ਦੀ ਮਹਿਮਾ ਸੁਣਾ ਸਕਦਾ ਹੈ। ਬੱਚਿਓ, ਤੁਹਾਨੂੰ ਇਹਨਾਂ 3 ਸ਼ਬਦਾਂ ਦੇ ਪ੍ਰਸੰਗ ਸਹਿਤ ਵਿਆਖਿਆ ਅਤੇ ਪ੍ਰਸ਼ਨ ਉੱਤਰ ਸੰਬੰਧੀ PDF ਫਾਈਲਸ ਰਾਹੀਂ ਭੇਜੇ ਜਾਣਗੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਉਹਨਾਂ ਨੂੰ ਕਾਪੀ ਤੇ ਨੋਟ ਕਰੋਗੇ ਅਤੇ ਦੁਹਰਾਈ ਵੀ ਕਰੋਗੇ। ਧੰਨਵਾਦ।